पंजाब यूनिवर्सिटी विखे प्रशासन के तानाशाही रवैये खिलाफ विद्यार्थियों विच रोस। कनेडा विच पंजाबी उद्योगपति दर्शन सिंह के कतल तो बाद लॉरेंस बिश्नोई गैंग ने एक होर घटना नूं दिता अंजाम। श्री गुरु नानक देव जी के प्रकाश दिहाड़े मौके पाकिस्तान जाण लई 4 नवंबर नूं रवाना होवेगा सिख श्रद्धालुआं दा जथा। ਅਸੀਂ ਸਟੂਡੈਂਟ ਕੌਂਸਲ ਦੇ ਵੱਲੋਂ ਅਸੀਂ ਵੀਸੀ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਸਟੂਡੈਂਟ ਕੌਂਸਲ ਦੇ ਵੱਲੋਂ ਕਿ ਵੀ ਜਿਹੜਾ ਐਫੀਡੇਵਿਟ ਦਾ ਮਸਲਾ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ, ਪਰ ਉਹਦੇ ਵਿੱਚ ਉਹਨਾਂ ਨੇ ਕੋਈ ਬਹੁਤਾ ਸਾਨੂੰ ਚੰਗਾ ਰਿਸਪੌਂਸ ਨਹੀਂ ਦਿੱਤਾ। ਤੋ ਸਾਡੇ ਲਈ ਮਤਲਬ ਬੜੀ ਦੁੱਖ ਦੀ ਗੱਲ ਆ ਕਿ ਸਾਡੀ ਸੈਨੇਟ ਵੀ ਹੈ ਨਹੀਂ ਗੀ, ਸੈਨੇਟ ਦੀ ਐਬਸੈਂਸ ਦੇ ਵਿੱਚ ਵੀਸੀ ਆ ਉਹ ਤਾਨਾਸ਼ਾਹੀ ਆਪਦਾ ਰੂਲ ਇੱਥੇ ਲਾ ਕੇ ਸਾਡੇ ਤੇ ਜਿਹੜਾ ਇੱਕ ਐਫੀਡੇਵਿਟ ਆ ਇਹ ਥੋਪ ਰਹੇ ਆ। स्टूडेंट्स का जो ओरिजिनल डॉक्यूमेंट्स आ रख ले गए ते एफिडेविट ही एक कंडीशन बना दी गई है कि तुसी दोगे। ਅੱਜ ਸਾਨੂੰ 2 ਮਹੀਨੇ ਹੋ ਗਏ ਆ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇਸ ਐਫੀਡੇਵਿਟ ਦਾ ਵਿਰੋਧ ਕਰ ਰਹੇ ਹਾਂ, ਪਰ ਯੂਨੀਵਰਸਿਟੀ ਸਾਡਾ ਇਸ ਨੂੰ ਸੁਣ ਨਹੀਂ ਰਹੀ। पंजाब यूनिवर्सिटी चंडीगढ़ विखे प्रशासन की धक्केशाही विरुद्ध विद्यार्थियों में रोस पाया जा रहा है। दरअसल हुण पहले साल के विद्यार्थियों तो डरा धमका के एफीडेविट लिया जा रहा है, जिस विच कहा गया है कि विद्यार्थी किसी तरह का धरना प्रदर्शन नहीं कर सकते ते जेकर वो अजिहा करते हैं तो उन्हां खिलाफ कार्रवाई के रूप में उन्हां नूं इम्तिहान नहीं देण दिता जाएगा ਅਤੇ दाखला भी रद्द किया जा सकता है। इस दे चलदे विद्यार्थियों का कहना है कि यह प्रशासन की मनमानी है ਅਤੇ गैर संविधानक रवैया है जो विद्यार्थियों की आवाज़ ਨੂੰ ਦਬਾਉਣ ਲਈ ਇਹ ਐਫੀਡੇਵਿਟ ਮੰਗਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਣਮਿੱਥੇ ਸਮੇਂ ਲਈ ਧਰਨੇ ਦੀ ਵੀ ਚੇਤਾਵਨੀ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਫਰਵਰੀ ਦੇ ਵਿੱਚ ਇੰਟਰੋਡਿਊਸ ਹੁੰਦਾ ਹੈਗਾ ਜਦੋਂ ਸੈਨੇਟ ਵਾਲੇ ਪ੍ਰੋਟੈਸਟ ਦੇ ਵਿੱਚ ਜਦੋਂ ਸਾਡੇ 13 ਸਟੂਡੈਂਟਸ ਤੇ ਐਫਆਈਆਰ ਹੁੰਦੀ ਆ, ਉਦੋਂ ਯੂਨੀਵਰਸਿਟੀ ਅਥਾਰਟੀ ਸਾਨੂੰ 13 ਸਟੂਡੈਂਟਸ ਨੂੰ ਬਲੈਕਮੇਲ ਕਰਦੀ ਹੈ, ਇਹ ਕਹਿੰਦੀ ਆ ਕਿ ਤੁਸੀਂ ਐਫੀਡੇਵਿਟ ਸਾਈਨ ਕਰ ਦਿਓ, ਤੁਹਾਡੇ ਤੇ ਜਿਹੜਾ ਪਰਚਾ ਹੋਇਆ ਹੈਗਾ ਅਸੀਂ ਉਹ ਵਾਪਸ ਲੈ ਲੈਣੇ ਆ। ਅਸੀਂ ਸਟੂਡੈਂਟਸ ਨੂੰ ਐਫੀਡੇਵਿਟ ਸਾਈਨ ਨਹੀਂ ਕਰਦੇ, ਸਾਡੇ ਤੇ ਪਰਚਾ ਹਜੇ ਵੀ ਐਗਜ਼ਿਸਟ ਕਰਦਾ। ਉਸ ਤੋਂ ਬਾਅਦ ਜਦੋਂ ਨਿਊ ਐਡਮਿਸ਼ਨ ਸੈਸ਼ਨ ਸਟਾਰਟ ਹੁੰਦਾ ਜੁਲਾਈ ਦੇ ਵਿੱਚ, ਉਦੋਂ ਇਹ ਨਿਊ ਸਟੂਡੈਂਟਸ ਵਾਸਤੇ ਇੰਟਰੋਡਿਊਸ ਕਰ ਦਿੱਤਾ ਜਾਂਦਾ ਹੈਗਾ ਕਿ ਜਿਹੜੇ ਨਵੇਂ ਸਟੂਡੈਂਟਸ ਯੂਨੀਵਰਸਿਟੀ ਵਿੱਚ ਐਡਮਿਟ ਹੋ ਰਹੇ ਆ, ਐਡਮਿਸ਼ਨ ਲੈ ਰਹੇ ਆ, ਵੀ ਉਹ ਅੱਗੇ ਤੋਂ ਐਕਟਿਵਿਜ਼ਮ ਨਾ ਕਰ ਸਕਣ, ਵੀ ਜਿਹੜੇ ਕਰੰਟਲੀ ਇਹ ਐਕਟਿਵਿਸਟ ਹੈਗੇ ਆ ਇਹਨਾਂ ਨੇ ਸਾਲ 2 ਸਾਲ ਬਾਅਦ ਇੱਥੋਂ ਚਲੇ ਜਾਣਾ, ਐਡਮਿਸ਼ਨ ਖਤਮ ਹੋ ਜਾਣੀ ਆ। ਬਟ ਜਿਹੜੀ ਨਿਊ ਸਟੂਡੈਂਟਸ ਆ ਰਹੇ ਆ +2 ਕਰਕੇ ਜਾਂ ਗ੍ਰੈਜੂਏਸ਼ਨ ਕਰਕੇ, ਵੀ ਉਹਨਾਂ ਨੂੰ ਅਸੀਂ ਹੁਣੀ ਐਫੀਡੇਵਿਟ ਦੇ ਵਿੱਚ ਬੰਨ੍ਹ ਲਈਏ ਤਾਂ ਕਿ ਉਹ ਕੋਈ ਵੀ ਪ੍ਰੋਟੈਸਟ ਕਰਨਗੇ ਅੱਗੇ ਤੋਂ ਤਾਂ ਇਹਦੀ ਐਫੀਡੇਵਿਟ ਦੀ ਟਰਮਸ ਐਂਡ ਕੰਡੀਸ਼ਨਸ ਦੇ ਅਗੇਂਸਟ ਆਊਗਾ ਤੇ ਅਸੀਂ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚੋਂ ਡਿਟੇਨ ਕਰ ਸਕਦੇ। ਮਤਲਬ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਆ ਕਿ ਸਾਡੇ ਕੋਲ ਇੱਥੇ ਇੱਕ ਸਾਡੀ ਸੈਨੇਟ ਹੈ ਨਹੀਂ ਗੀ, ਸਾਡੀ ਯੂਨੀਵਰਸਿਟੀ ਦੀ ਇੱਕ ਗਵਰਨਿੰਗ ਬੋਡੀ ਹੈ ਨਹੀਂ ਗੀ। ਜੇ ਸੈਨੇਟ ਹੁੰਦੀ ਸ਼ਾਇਦ ਐਫੀਡੇਵਿਟ ਇੰਟਰੋਡਿਊਸ ਨਾ ਹੁੰਦਾ, ਕਿਉਂਕਿ ਹੁਣ ਜਿੰਨੀ ਪਾਵਰ ਆ ਸਾਰੀ ਯੂਨੀਵਰਸਿਟੀ ਦੀ ਵੀਸੀ ਦੇ ਹੱਥ ਦੇ ਵਿੱਚ ਆ ਤੇ ਇੱਕ ਡਿਕਟੇਟੋਰੀਅਲ ਉਹਨਾਂ ਦਾ ਬਿਹੇਵੀਅਰ ਆ, ਤਾਨਾਸ਼ਾਹੀ ਉਹਨਾਂ ਦਾ ਬਿਹੇਵੀਅਰ ਆ, ਆਪਦੀ ਮਰਜ਼ੀ ਦੇ ਨਾਲ ਉਹਨਾਂ ਨੇ ਐਫੀਡੇਵਿਟ ਜਿਹੜਾ ਇੰਟਰੋਡਿਊਸ ਕੀਤਾ ਹੈਗਾ। ਜੇ ਸੈਨੇਟ ਹੁੰਦੀ ਤਾਂ ਪਹਿਲਾਂ ਇਹ ਸੈਨੇਟ ਦੇ ਵਿੱਚ ਇੰਟਰੋਡਿਊਸ ਹੋਣਾ ਸੀਗਾ, ਜੇ ਉੱਥੋਂ ਪਾਸ ਹੁੰਦਾ ਫੇਰ ਹੋਣਾ ਸੀਗਾ, ਉੱਥੋਂ ਰਿਜੈਕਟ ਹੋਣ ਦੇ ਵੀ ਚਾਂਸ ਸੀਗੇ। ਸੋ ਸਾਡੇ ਲਈ ਮਤਲਬ ਬੜੀ ਦੁੱਖ ਦੀ ਗੱਲ ਆ ਕਿ ਸਾਡੀ ਸੈਨੇਟ ਵੀ ਹੈ ਨਹੀਂ ਗੀ, ਸੈਨੇਟ ਦੀ ਐਬਸੈਂਸ ਦੇ ਵਿੱਚ ਵੀਸੀ ਆ ਉਹ ਤਾਨਾਸ਼ਾਹੀ ਆਪਦਾ ਰੂਲ ਇੱਥੇ ਲਾ ਕੇ ਸਾਡੇ ਤੇ ਜਿਹੜਾ ਇੱਕ ਐਫੀਡੇਵਿਟ ਆ ਇਹ ਥੋਪ ਰਹੇ ਆ। ਅਸੀਂ ਸਟੂਡੈਂਟ ਕੌਂਸਲ ਦੇ ਵੱਲੋਂ ਅਸੀਂ ਵੀਸੀ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਸਟੂਡੈਂਟ ਕੌਂਸਲ ਦੇ ਵੱਲੋਂ ਕਿ ਵੀ ਜਿਹੜਾ ਐਫੀਡੇਵਿਟ ਦਾ ਮਸਲਾ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ, ਪਰ ਉਹਦੇ ਵਿੱਚ ਉਹਨਾਂ ਨੇ ਕੋਈ ਬਹੁਤਾ ਸਾਨੂੰ ਚੰਗਾ ਰਿਸਪੌਂਸ ਨਹੀਂ ਦਿੱਤਾ। ਫਿਰ ਅਸੀਂ ਮਸ਼ਾਲ ਮਾਰਚ ਵੀ ਕੀਤੇ ਆ, ਵੀਸੀ ਦੇ ਹਾਊਸ ਦਾ ਵੀ ਘਿਰਾਅ ਕੀਤਾ ਗਿਆ। ਅਸੀਂ ਬੜੇ ਮਤਲਬ ਇੱਕ ਸਿੰਬੋਲਿਕ ਅਸੀਂ ਪ੍ਰੋਟੈਸਟ ਕਰ ਚੁੱਕੇ ਹਾਂ, ਜਿਹਦੇ ਨਾਲ ਸਾਨੂੰ ਇਹ ਉਮੀਦ ਸੀਗੀ ਕਿ ਸਾਨੂੰ ਉਹ ਕੋਈ ਨਾ ਕੋਈ ਸਾਡੇ ਨਾਲ ਗੱਲਬਾਤ ਕਰਨ ਤੇ ਐਫੀਡੇਵਿਟ ਵਾਪਸ ਲੈਣ, ਪਰ ਹੁਣ ਸਾਰੇ ਜਿਹੜੇ ਸਾਡੇ ਚਾਰੇ ਆ ਖਤਮ ਹੋ ਚੁੱਕੇ ਆ। ਸਾਨੂੰ ਮਜਬੂਰੀ ਦੇ ਵਿੱਚ ਇੱਕ ਸਿਟਿੰਗ ਪ੍ਰੋਟੈਸਟ ਜਿਹੜਾ 24/7 ਪ੍ਰੋਟੈਸਟ ਆ ਉਹ ਸ਼ੁਰੂ ਕਰਨਾ ਪੈ ਰਿਹਾ। पंजाब यूनिवर्सिटी अथॉरिटी एक एफिडेविट लैके आई आ जो कि स्टूडेंट्स लिए मैंडेटरी कर दिता है साइन करना। इस एफिडेविट विच यूनिवर्सिटी ने एक्सप्लिसिटली लिखा होया कि अगर स्टूडेंट्स ने कोई भी प्रोटेस्ट धरना रैली तो जो कि मैंशन करने वाली गल आ कि अगे लिखा हुआ एटसैक्ट्रा प्रोटेस्ट धरना रैली एटसैक्ट्रा स्टूडेंट्स ने जो भी करना है ये लिए उन्होंने प्रायर परमिशन लैनी पेगी यूनिवर्सिटी अथॉरिटी तो। ये जो प्रोटेस्ट रैली धरना ਇਹਦੀ ਜੋ ਡੈਜ਼ਿਗਨੇਟਿਡ ਸਪੋਟ ਦਿੱਤੀ ਗਈ ਆ ਪੁਲਿਸ ਚੌਂਕੀ ਦੇ ਬਾਹਰ ਗੇਟ ਨੰਬਰ 2 ਦੇ ਬਾਹਰ। ਇਸ ਤੋਂ ਇਲਾਵਾ ਜੈਨੂਅਲ ਤੇ ਜਸਟੀਫਾਈਬਲ ਗ੍ਰੀਵਾਂਸ ਹੋਣੀ ਚਾਹੀਦੀ ਹੈ ਜੋ ਕਿ ਯੂਨੀਵਰਸਿਟੀ ਦੱਸੂਗੀ ਕਿ ਇਹ ਤੁਹਾਡੀ ਗ੍ਰੀਵਾਂਸ ਜੈਨੂਇਨ ਆ ਤੇ ਇਹਦੇ ਤੋਂ ਤੁਸੀਂ ਪ੍ਰੋਟੈਸਟ ਕਰ ਲਓ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਅਗਰ ਕੋਈ ਵੀ ਆਊਟਸਾਈਡਰ ਆਂਦਾ ਆ ਪ੍ਰੋਟੈਸਟ ਤੇ ਉਹਦੀ ਰਿਸਪੌਂਸਿਬਿਲਿਟੀ ਯੂਨੀਵਰਸਿਟੀ ਸਿਕਿਉਰਿਟੀ ਨਹੀਂ ਚੁੱਕ ਰਹੀ ਬਲਕਿ ਸਟੂਡੈਂਟਸ ਉੱਤੇ ਰੱਖ ਰਹੀ ਆ ਜੋ ਕਿ ਪ੍ਰੋਟੈਸਟ ਕਰਨਗੇ। ਇਸ ਤਰੀਕੇ ਨਾਲ ਇਹ ਜੋ ਐਫੀਡੇਵਿਟ ਆ ਇਹ ਟੋਟਲੀ ਅਨਡੈਮੋਕ੍ਰੈਟਿਕ ਤੇ ਅਨਕਨਸਟੀਟਿਊਸ਼ਨਲ ਹੈ। ਜ਼ਰੂਰੀ ਹੈ ਇਹ ਦੇਖਣਾ ਕਿ ਯੂਨੀਵਰਸਿਟੀ ਕਿਸ ਤਰੀਕੇ ਨਾਲ ਇਸ ਐਫੀਡੇਵਿਟ ਨੂੰ ਇੰਪੋਜ਼ ਕਰ ਰਹੀ ਆ। ਇਹ ਜੋ ਮੈਟਰ ਹੈ ਸਬ ਜੁਡਿਸ ਆ ਹਾਈ ਕੋਰਟ ਵਿੱਚ ਕਿ ਇਸ 'ਤੇ ਕੋਈ ਵੀ ਇਸ ਨੂੰ ਮਤਲਬ ਇਨਫੋਰਸ ਇਸ ਤਰੀਕੇ ਨਾਲ ਸਟੂਡੈਂਟਸ 'ਤੇ ਫੋਰਸ ਨਹੀਂ ਕੀਤਾ ਜਾ ਸਕਦਾ, ਪਰ ਯੂਨੀਵਰਸਿਟੀ ਸਟੂਡੈਂਟਸ ਨੂੰ ਪ੍ਰੈਸ਼ਰਾਈਜ਼ ਕਰਕੇ ਇਹ ਐਫੀਡੇਵਿਟ ਲੈ ਰਹੀ ਆ। ਚਾਹੇ ਸਟੂਡੈਂਟਸ ਦੀ ਸਾਰੀ ਤਰੀਕੇ ਦੀ ਸਰਵਿਸਿਜ਼ ਲਾਇਬ੍ਰੇਰੀ ਕਾਰਡ ਹੋਵੇ, ਚਾਹੇ ਉਹ ਉਹਨਾਂ ਦਾ ਹੋਸਟਲ ਦੇ ਫਾਰਮਸ ਹੋਣ, ਅਟੈਂਡੈਂਸ ਹੋਵੇ, ਸਭ ਚੀਜ਼ਾਂ ਰੋਕ ਰਹੀ ਆ। ਈਵਨ ਉਹਨਾਂ ਦੇ ਕਈ ਡਿਪਾਰਟਮੈਂਟਸ ਵਿੱਚ ਜਿਵੇਂ ਕਿ UAPS ਡਿਪਾਰਟਮੈਂਟ ਆ, ਸਟੂਡੈਂਟਸ ਦਾ ਜੋ ਓਰੀਜਨਲ ਡਾਕੂਮੈਂਟਸ ਆ ਰੱਖ ਲਏ ਗਏ ਆ ਤੇ ਐਫੀਡੇਵਿਟ ਹੀ ਇੱਕ ਕੰਡੀਸ਼ਨ ਬਣਾ ਦਿੱਤੀ ਗਈ ਹੈ ਕਿ ਤੁਸੀਂ ਦੋਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਹਾਈ ਕੋਰਟ ਵਿੱਚ ਵੀ
ਸਟੂਡੈਂਟਸ ਦੇ ਅਗੇਂਸਟ ਖੜੀ ਹੈ ਤੇ ਸਟੂਡੈਂਟਸ ਨੂੰ ਕ੍ਰਿਮੀਨਲ ਮਾਈਂਡਡ ਤੇ ਕਮਿਊਨਲ ਮਾਈਂਡਡ ਦੱਸ ਕੇ ਕਹਿ ਰਹੀ ਹੈ ਕਿ ਇਹ ਸਾਡਾ ਮਸਲਾ ਆ ਤੇ ਅਸੀਂ ਸਾਰੇ ਸਟੂਡੈਂਟਸ ਇਸ ਯੂਨੀਵਰਸਿਟੀ ਦੇ ਅਸੀਂ ਪਹਿਲੇ ਦਿਨ ਤੋਂ ਹੀ ਅੱਜ ਸਾਨੂੰ 2 ਮਹੀਨੇ ਹੋ ਗਏ ਆ ਅਲੱਗ-ਅਲੱਗ ਤਰੀਕੇ ਨਾਲ ਅਸੀਂ ਇਸ ਐਫੀਡੇਵਿਟ ਦਾ ਵਿਰੋਧ ਕਰ ਰਹੇ ਹਾਂ ਪਰ ਯੂਨੀਵਰਸਿਟੀ ਸਾਡਾ ਇਸ ਨੂੰ ਸੁਣ ਨਹੀਂ ਰਹੀ। ਇਸ ਕਰਕੇ ਹੀ ਅਸੀਂ ਅੱਜ ਇੱਥੇ ਇਕਜੁੱਟ ਹੋਏ ਹਾਂ ਤਾਂ ਕਿ ਅਸੀਂ ਇਸ ਮਸਲੇ ਉੱਤੇ ਹੁਣ ਇੱਕ ਵੱਡਾ ਐਕਸ਼ਨ ਲੈ ਸਕੀਏ। ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਸੀ ਦੇ ਕਤਲ ਤੋਂ ਇੱਕ ਦਿਨ ਬਾਅਦ ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨੱਤਨ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨੇ ਦਰਸ਼ਨ ਸਿੰਘ ਸਾਸੀ ਦੇ ਕਤਲ ਅਤੇ ਚੰਨੀ ਨੱਤਨ ਦੀ ਰਿਹਾਇਸ਼ ਤੇ ਹੋਈ ਗੋਲੀਬਾਰੀ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਕਿਹਾ ਕਿ ਉਦਯੋਗਪਤੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਵੱਲੋਂ ਦੋਵਾਂ ਘਟਨਾਵਾਂ ਦੀ ਜਾਂਚ ਜਾਰੀ ਹੈ ਅਤੇ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਸੰਭਾਵੀ ਨਿਸ਼ਾਨਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇ ਕਿ ਬਿਸ਼ਨੋਈ ਗੈਂਗ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਇੱਕ ਵੱਡਾ ਅਪਰਾਧਿਕ ਸਿੰਡੀਕੇਟ ਹੈ। ਲਾਰੈਂਸ 2014 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ ਪਰ ਜੇਲ੍ਹ ਤੋਂ ਹੀ ਅਪਰਾਧਿਕ ਕਾਰਵਾਈਆਂ ਨੂੰ ਕੰਟਰੋਲ ਕਰ ਰਿਹਾ ਹੈ। ਗੈਂਗ ਦਾ ਇੱਕ ਵੱਡਾ ਨੈਟਵਰਕ ਹੈ ਜਿਸ ਵਿੱਚ ਸੈਂਕੜੇ ਮੈਂਬਰ ਸ਼ਾਮਿਲ ਹਨ ਜੋ ਭਾਰਤ ਅਤੇ ਕੌਮਾਂਤਰੀ ਪੱਧਰ ਤੇ ਕੈਨੇਡਾ ਸਮੇਤ ਫਿਰੌਤੀ ਨਿਸ਼ਾਨਾ ਬਣਾ ਕੇ ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਬੰਦ ਹਿੰਸਾ ਵਿੱਚ ਸ਼ਾਮਿਲ ਹਨ। ਇਹ ਸਿੰਡੀਕੇਟ ਨੇ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਹਾਈ ਪ੍ਰੋਫਾਈਲ ਅਪਰਾਧਾਂ ਤੋਂ ਬਾਅਦ ਪ੍ਰਮੁੱਖਤਾ ਹਾਸਲ ਕੀਤੀ ਅਤੇ ਇਸ ਦੀਆਂ ਕੌਮਾਂਤਰੀ ਅਪਰਾਧਿਕ ਗਤੀਵਿਧੀਆਂ ਕਾਰਨ ਕੈਨੇਡੀਅਨ ਅਥਾਰਟੀਜ਼ ਵੱਲੋਂ ਇਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਇਹ ਗੈਂਗ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰਵਾਸੀਆਂ ਵਾਲੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਭਾਵ ਰੱਖਦਾ ਹੈ ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਗੰਭੀਰ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਕਤਲ ਅਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਜਾਣੇ ਪਛਾਣੇ ਮੈਂਬਰ ਗੋਲਡੀ ਢਿੱਲੋਂ ਦੀ ਇੱਕ ਫੇਸਬੁੱਕ ਪੋਸਟ ਰਾਹੀਂ ਲਈ ਗਈ। ਪੋਸਟ ਵਿੱਚ ਢਿੱਲੋਂ ਨੇ ਕਿਹਾ ਕਿ ਦਰਸ਼ਨ ਸਿੰਘ ਸਾਸੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਮੂਲੀਅਤ ਅਤੇ ਗੈਂਗ ਵੱਲੋਂ ਮੰਗੀ ਗਈ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰਨ ਕਾਰਨ ਮਾਰਿਆ ਗਿਆ ਸੀ। ਸਿੱਖ ਗੁਰਦੁਆਰਾ ਸਾਹਿਬਾਨ ਜਿਹੜੇ ਪਾਕਿਸਤਾਨ ਸਥਿਤ ਨੇ ਉਹਨਾਂ ਦਰਸ਼ਨ ਕਰਨ ਲਈ ਜਾ ਰਹੇ ਨੇ। ਮੈਂ ਭਾਰਤ ਸਰਕਾਰ ਦਾ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ੇ ਦਿੱਤੇ ਨੇ। ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋਵੇਗਾ ਤੇ 13 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ 2025 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1802 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1786 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਉਹਨਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਵੀਜ਼ਾ ਲੱਗਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਅਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਮਿੱਥੇ ਪ੍ਰੋਗਰਾਮ ਅਨੁਸਾਰ ਇਹ ਜਥਾ 4 ਨਵੰਬਰ ਨੂੰ ਬਾਗਾ ਬਾਰਡਰ ਰਸਤੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਵੇਗਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਮਗਰੋਂ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ। ਇਸ ਸਾਲ ਵੀ ਇਹ ਜਥਾ ਜਿਹੜਾ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਣਾ ਹੈ ਜਿਸ ਵਾਸਤੇ ਸਾਡੇ ਕੋਲ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1794 ਜਿਹੜੇ ਵੀਜ਼ੇ ਮਿਲੇ ਨੇ। ਮੈਂ ਪਾਕਿਸਤਾਨ ਅੰਬੈਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਦੇ ਪੂਰੇ ਵੀਜ਼ੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ 'ਚ ਮਨ 'ਚ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਸਕਾਂ। ਭਾਵੇਂ ਕਿ ਪਿਛਲੇ ਸਮੇਂ 'ਚ ਸਰਕਾਰਾਂ ਨੇ ਰੁਕਾਵਟਾਂ ਵੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ ਅੱਗੇ ਝੁਕਣਾ ਪਿਆ ਤੇ ਜਿਹੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ।
ਜਿਹੜੇ ਵਿਅਕਤੀ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ। ਪਰ ਅਖੀਰ ਉਹਦੇ ਦੇਰ ਆਏ ਦਰੁਸਤ ਆਏ, ਸਰਕਾਰ ਨੇ ਫੈਸਲਾ ਬਦਲਿਆ। ਹੁਣ ਜਿਹੜੇ ਸਿੱਖ ਗੁਰਦੁਆਰਾ ਸਾਹਿਬਾਨ ਜਿਹੜੇ ਪਾਕਿਸਤਾਨ 'ਚ ਸਥਿਤ ਨੇ, ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ। ਮੈਂ ਭਾਰਤ ਸਰਕਾਰ ਦਾ, ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ੇ ਦਿੱਤੇ ਨੇ। ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋਵੇਗਾ ਅਤੇ 13 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ। ਇਹ ਜਿਹੜਾ ਜਥਾ ਜਾਣਾ, ਇਹਦੇ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ। ਪਹਿਲਾਂ ਜਦੋਂ ਰੋਕਿਆ ਗਿਆ ਸੀ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ। ਉਸ ਸਮੇਂ ਬਹੁਤ ਵਿਰੋਧ ਹੋਇਆ, ਕਿਉਂਕਿ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ, ਅਤੇ ਉਸ ਸਮੇਂ ਵਿਰੋਧ ਹੋਇਆ ਕਿ ਜੇ ਕ੍ਰਿਕਟ ਮੈਚ ਖੇਡਿਆ ਜਾ ਸਕਦਾ ਅਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਵਾਂਝਾ ਕਿਉਂ। ਉਸ ਵਿਰੋਧ ਕਾਰਨ ਅਖੀਰ ਭਾਰਤ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ, ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਭਾਵੇਂ ਕਿ ਚਲੋ ਉਸ ਸਮੇਂ ਬਹੁਤ ਨਾਰਾਜ਼ਗੀ ਸੀ, ਸਿੱਖ ਭਾਵਨਾਵਾਂ ਬਹੁਤ ਆਹਤ ਹੋਈਆਂ ਸੀ। ਫਿਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਸੀ ਉਹਦਾ ਵੀ ਧੰਨਵਾਦ ਕਰਦੇ ਹਾਂ। ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜੀਂਦੀ ਚੀਜ਼ ਉਹੀ ਖੜਨ, ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ, ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਉਹ ਨਾ ਪਹੁੰਚੇ। ਕਈ ਵਾਰ ਇੱਥੋਂ ਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ, ਉੱਧਰੋਂ ਲੈ ਆਉਂਦੇ ਨੇ ਇੱਧਰ ਵੇਚਣ ਲਈ। ਇਹ ਵਪਾਰ ਨਹੀਂ, ਕੇਵਲ ਗੁਰੂ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਹੀ ਜਾਣਾ ਚਾਹੀਦਾ ਆ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਖਰੀਦੋ ਫਰੋਖਤ ਵਾਲੇ ਬੰਦੇ ਨਾ ਪੈਣ, ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ, ਤਾਂ ਜੋ ਜਿਹੜੇ ਮਨ ਨੂੰ ਸ਼ਾਂਤੀ ਮਿਲ ਸਕੇ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਸ਼ਹੀਦੀ ਨਗਰ ਕੀਰਤਨ ਦੇ ਪੰਜਾਬ ਵਿਚਲੇ ਮਿੱਥੇ ਪੜਾਵਾਂ ਤੇ ਕੀਤੇ ਗਏ ਪ੍ਰਬੰਧਾਂ ਸੰਬੰਧੀ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਜ਼ੋਨ ਦੇ ਮੈਨੇਜਰ ਪ੍ਰਚਾਰਕ ਢਾਡੀ ਤੇ ਕਵੀਸ਼ਰ ਜਥਿਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਪ੍ਰਚਾਰਕ ਢਾਡੀ ਜਥਿਆਂ ਨੂੰ ਸ਼ਤਾਬਦੀ ਸਮਾਗਮਾਂ ਪ੍ਰਤੀ ਵੱਧ ਤੋਂ ਵੱਧ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਪ੍ਰੇਰਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅੱਜ ਪੰਜਾਬ ਵਿੱਚ ਪਹੁੰਚਿਆ। ਉਹਨਾਂ ਦੱਸਿਆ ਕਿ 30 ਅਕਤੂਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਗੁਰਦੁਆਰਾ ਗੁਰੂਸਰ ਸਾਹਿਬ ਹੰਡਿਆਇਆ ਬਰਨਾਲਾ ਵਿਖੇ ਪਹੁੰਚੇਗਾ, ਜਿੱਥੋਂ 31 ਅਕਤੂਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 1 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ, 2 ਨਵੰਬਰ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਅਤੇ 3 ਨਵੰਬਰ ਨੂੰ ਫਰੀਦਕੋਟ ਤੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੇਗਾ। ਇਸੇ ਤਰ੍ਹਾਂ 4 ਨਵੰਬਰ ਨੂੰ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ, 5 ਨਵੰਬਰ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ, 6 ਨਵੰਬਰ ਨੂੰ ਤਰਨਤਾਰਨ ਤੋਂ ਗੁਰਦੁਆਰਾ ਪਾਤਸ਼ਾਹੀ 6ਵੀਂ ਛੇਹਰਟਾ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਹੁੰਦਾ ਹੋਇਆ 7 ਨਵੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਪਹੁੰਚੇਗਾ। ਨਗਰ ਕੀਰਤਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਧਰਮ ਹੈ ਸਾਕਾ ਜਿਨ ਕੀਆ, ਇਹ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਪੰਜਾਬ 'ਚ ਅੱਜ ਐਂਟਰ ਕਰ ਰਿਹਾ। ਬਾਹਰਲੀਆਂ ਸਟੇਟਾਂ 'ਚ ਬੜਾ ਮਾਨ ਸਨਮਾਨ ਨਗਰ ਕੀਰਤਨ ਦਾ ਕੀਤਾ ਗਿਆ, ਇੱਥੋਂ ਤੱਕ ਕਿ ਉਹਨਾਂ ਸਟੇਟਾਂ ਦੇ CM ਮੰਤਰੀ ਸਾਹਿਬਾਨ ਭਾਵ ਕਹਿਣ ਤੋਂ ਕਿ ਕਿਉਂ ਕਿਸੇ ਵੀ ਪਾਰਟੀ ਦਾ ਲੀਡਰ ਸੀ ਉਹ ਨਗਰ ਕੀਰਤਨ 'ਚ ਸ਼ਾਮਲ ਹੋਇਆ, ਚਾਹੇ ਉਹ ਕਿਸੇ ਵੀ ਧਰਮ ਦਾ ਸੀ, ਚਾਹੇ ਉਹ ਹਿੰਦੂ ਸੀ, ਮੁਸਲਮਾਨ ਸੀ, ਈਸਾਈ ਸੀ, ਭਾਵ ਕਿ ਹਰ ਧਰਮ ਦਾ ਜਿਹੜਾ ਵਿਅਕਤੀ ਸੀ ਉਹ ਨਗਰ ਕੀਰਤਨ ਦੇ ਸਵਾਗਤ ਲਈ ਸ਼ਾਮਲ ਹੋਇਆ। ਅੱਜ ਇਹ ਨਗਰ ਕੀਰਤਨ ਪੰਜਾਬ 'ਚ ਐਂਟਰ ਕਰ ਰਿਹਾ ਹੈ। ਉਸ ਸੰਬੰਧ 'ਚ ਕੱਲ੍ਹ ਵੀ ਇੱਕ ਮੀਟਿੰਗ
ਮੈਨੇਜਰ ਸਾਹਿਬਾਨ ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਗੁਰਦੁਆਰਾ ਸਾਹਿਬਾਨ ਸੈਕਸ਼ਨ 87 ਦੇ ਪ੍ਰਧਾਨ ਜਿਹੜੇ ਨੇ ਲੋਕਲ ਕਮੇਟੀਆਂ ਦੇ ਜਾਂ ਰਿਸੀਵਰ ਨੇ, ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਮਿਸ਼ਨਰ ਸਾਹਿਬਾਨ ਨਾਲ ਮੀਟਿੰਗ ਕੀਤੀ ਗਈ ਸੀ। ਅੱਜ ਵੀ ਜਿਹੜੀ ਉਹ ਮਾਝੇ ਤੇ ਦੁਆਬੇ ਦੀ ਜਿਹੜੀ ਮੈਨੇਜਰ ਸਾਹਿਬਾਨ ਨੇ ਸੈਕਸ਼ਨ 85 ਦੇ ਪ੍ਰਧਾਨ ਨੇ ਗੁਰਦੁਆਰਾ ਕਮੇਟੀਆਂ ਦੇ, ਇਸੇ ਤਰ੍ਹਾਂ ਪ੍ਰਚਾਰਕ ਢਾਡੀ ਸਾਹਿਬਾਨ ਤੇ ਕਮਿਸ਼ਨਰ ਸਾਹਿਬਾਨ ਨਾਲ ਨਗਰ ਕੀਰਤਨ ਦੀ ਸਫਲਤਾ ਲਈ ਮੀਟਿੰਗ ਕੀਤੀ ਗਈ ਆ। ਕਿਉਂਕਿ ਜਦੋਂ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ 'ਤੇ ਆ, ਇੱਥੇ ਜਦੋਂ ਨਗਰ ਕੀਰਤਨ ਪਹੁੰਚ ਰਿਹਾ ਤੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਇਸ ਨਗਰ ਕੀਰਤਨ ਨੂੰ ਦਿਲ ਜਾਣ ਤੋਂ ਕਾਮਯਾਬ ਕੀਤਾ ਜਾਵੇ। ਸੰਗਤਾਂ 'ਚ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਆ, ਪਰ ਉਹਨਾਂ ਨੂੰ ਦਿਸ਼ਾ ਦੇਣੀ ਜਾਂ ਨਿਰਦੇਸ਼ ਦੇਣੇ ਜਾਂ ਉਹਨਾਂ ਨੂੰ ਗਾਈਡ ਕਰਨਾ, ਇਹ ਜਿਹੜਾ ਸਾਡੇ ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਮਿਸ਼ਨਰ ਸਾਹਿਬਾਨ ਦਾ ਫਰਜ਼ ਆ, ਜ਼ਿੰਮੇਵਾਰੀ ਆ। ਅਸੀਂ ਇਸੇ ਲਈ ਅੱਜ ਇਕੱਤਰਤਾ ਕੀਤੀ ਸੀ। ਜਿਹੜੇ ਸਾਡੇ ਮੈਨੇਜਰ ਸਾਹਿਬਾਨ ਨੇ ਜਾਂ ਸਾਡੇ ਢਾਡੀ ਕਮਿਸ਼ਨਰ ਸਾਹਿਬਾਨ ਨੇ, ਪ੍ਰਚਾਰਕ ਨੇ, ਉਹਨਾਂ ਨੂੰ ਬੇਨਤੀ ਕੀਤੀ ਗਈ ਆ ਕਿ ਜਿਸ ਰੂਟ ਤੇ ਨਗਰ ਕੀਰਤਨ ਨੇ ਆਉਣਾ ਆ ਜਾਂ ਜਿੱਥੋਂ ਨਗਰ ਕੀਰਤਨ ਆਰੰਭ ਹੋਣਾ ਆ ਤੇ ਜਿੱਥੇ ਸਮਾਪਤੀ ਹੋਣੀ ਆ, ਉਸ ਇਲਾਕੇ ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਚਾਹੇ ਉਹ 85 ਦੇ ਨੇ, ਚਾਹੇ 87 ਦੇ ਨੇ, ਚਾਹੇ ਸਭਾ ਸੁਸਾਇਟੀਆਂ ਦੇ ਗੁਰਦੁਆਰਾ ਸਾਹਿਬਾਨ ਨੇ ਜਾਂ ਕਮੇਟੀਆਂ ਨੇ, ਉਹ ਨਗਰ ਕੀਰਤਨ ਦੀ ਰਮਤਾ ਤੋਂ ਲੱਗ ਕੇ ਜਿੱਥੋਂ ਨਗਰ ਕੀਰਤਨ ਆਰੰਭ ਹੋਣਾ, ਜਿੱਥੋਂ ਤੱਕ ਸਮਾਪਤੀ ਹੋਣੀ ਆ, ਉਹ ਸਾਰੇ ਹੀ ਨਗਰ ਕੀਰਤਨ 'ਚ ਸ਼ਾਮਲ ਹੋਣਗੇ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕੇਵਲ ਡਿਊਟੀ ਸਟਾਫ ਛੱਡ ਕੇ ਸਾਰਾ ਹੀ ਪ੍ਰਬੰਧਕ ਜਾਂ ਗ੍ਰੰਥੀ, ਰਾਗੀ, ਢਾਡੀ ਜੋ ਵੀ ਆ, ਉਹ ਸਾਰੇ ਹੀ ਸ਼ਾਮਲ ਹੋਣਗੇ। ਆਪਣੇ ਪਰਿਵਾਰਾਂ ਨੂੰ ਵੀ ਸ਼ਾਮਲ ਕਰਨਗੇ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਇਹਨਾਂ ਨਗਰ ਕੀਰਤਨ 'ਚ ਸਮਾਗਮਾਂ ਸ਼ਾਮਲ ਹੋਣਗੇ। ਇਸੇ ਤਰ੍ਹਾਂ ਜਿਹੜਾ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜੇ ਸਮਾਗਮ ਨੇ, ਉਹਨਾਂ ਦੀ ਕਾਮਯਾਬੀ ਲਈ ਵੀ ਅੱਜ ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਮਿਸ਼ਨਰ ਸਾਹਿਬਾਨ ਅਤੇ ਮੈਨੇਜਰ ਸਾਹਿਬਾਨ ਨੂੰ ਬੇਨਤੀ ਕੀਤੀ ਗਈ ਕਿ ਉਹ ਦਿਲੋਂ ਜਾਨ ਤੋਂ ਇਹਨਾਂ ਦੇ ਪ੍ਰਬੰਧਾਂ 'ਚ ਸਹਿਯੋਗ ਕਰਨ, ਤਾਂ ਜੋ ਜਿਹੜੇ ਸਮਾਗਮ ਨੇ ਸ਼ਤਾਬਦੀ ਦੇ ਰੂਪ 'ਚ ਵੱਡੀ ਪੱਧਰ 'ਤੇ ਮਨਾਏ ਜਾ ਸਕਣ। ਆਪਾਂ ਬੜੇ ਵਡਭਾਗੇ ਹਾਂ ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਤਾਬਦੀ ਸਮਾਗਮ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗੱਦੀ ਸਮਾਗਮ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਕਿਰਪਾ ਕਰੋ, ਪੰਥ ਨੂੰ ਇਕਮੁੱਠ ਕਰੋ ਤੇ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਉੱਤੇ ਪਾਏ ਝੂਠੇ ਕੇਸ ਤੋਂ ਬਰੀ ਹੋਣਾ ਪ੍ਰਤੱਖ ਕਰਦਾ ਹੈ ਕਿ ਬੰਦੀ ਬਣਾਏ ਗਏ ਨੌਜਵਾਨਾਂ ਨੂੰ ਹੁਣ ਵਿਸ਼ਾਲਤਾ ਨਾਲ ਹੁਕਮਰਾਨ ਰਿਹਾ ਕਰ। ਉਹਨਾਂ ਕਿਹਾ ਕਿ ਜੋ 30 ਸਾਲਾਂ ਤੋਂ ਸਿੱਖਾਂ ਨੂੰ ਕਾਲ ਕੋਠੜੀਆਂ ਵਿੱਚ ਬੰਦ ਕਰਕੇ ਵੱਡੀ ਮਾਨਸਿਕ ਤੇ ਸਰੀਰਕ ਸਜ਼ਾ ਦਿੱਤੀ ਹੋਈ ਹੈ, ਜਿਸ ਤੋਂ ਹੁਕਮਰਾਨਾਂ ਦੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਅਮਲ ਪ੍ਰਤੱਖ ਨਜ਼ਰ ਆ ਰਹੇ ਹਨ। ਜੋ ਬੀਤੇ ਦਿਨੀ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਕੇਸ ਵਿੱਚੋਂ ਬਾਇਜ਼ਤ ਬਰੀ ਕਰਨ ਦੇ ਹੁਕਮ ਦਿੱਤੇ ਹਨ, ਉਸ ਤੋਂ ਵੀ ਇਹ ਜ਼ਾਹਰ ਹੋ ਜਾਂਦਾ ਹੈ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਬਿਨਾਂ ਵਜ੍ਹਾ ਨਫ਼ਰਤ ਤੇ ਦੁਸ਼ਮਣੀ ਖੜੀ ਕਰਕੇ ਸਾਡੀ ਨੌਜਵਾਨੀ ਤੇ ਝੂਠੇ ਕੇਸ ਦਰਜ ਕਰਕੇ ਲੰਮੇ ਸਮੇਂ ਤੋਂ ਜਬਰੀ ਬੰਦੀ ਬਣਾ ਕੇ ਰੱਖੇ ਹੋਏ ਹਨ। ਜਦੋਂ ਕਿ ਇੰਡੀਅਨ ਵਿਧਾਨ ਦੀ ਧਾਰਾ 21 ਰਾਹੀਂ ਇੱਥੋਂ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਭੈ ਤੋਂ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਅਤੇ ਵਿਚਰਨ ਦੇ ਅਧਿਕਾਰ ਹਾਸਿਲ ਹਨ, ਜਿਸ ਨੂੰ ਨਿਰੰਤਰ ਸਿੱਖਾਂ ਪ੍ਰਤੀ ਅਮਲ ਕਰਦੇ ਹੋਏ ਕੁਚਲਿਆ ਜਾਂਦਾ ਆ ਰਿਹਾ ਹੈ ਅਤੇ ਇਹ ਹਿੰਦੂਤਵ ਹੁਕਮਰਾਨਾਂ ਤੇ ਸਿੱਖਾਂ ਵਿੱਚ ਵਾਧੇ ਪਾੜੇ ਦੇ ਨਤੀਜੇ ਕਦੇ ਵੀ ਸਹੀ ਸਾਬਿਤ ਨਹੀਂ ਹੋ ਸਕਣਗੇ। ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਦਿ ਜੋ 30 ਸਾਲਾਂ ਤੋਂ ਬੰਦੀ ਬਣਾ ਕੇ ਰੱਖੇ ਗਏ ਹਨ, ਉਹਨਾਂ ਸਿੱਖਾਂ ਨੂੰ ਤੁਰੰਤ ਰਿਹਾ ਕਰਵਾਉਣ ਦੇ ਹੁਕਮ ਕਰਨ ਅਤੇ ਸਮੁੱਚੇ ਸੰਸਾਰ ਵਿੱਚ ਉਹਨਾਂ ਦੇ ਸੰਦੇਸ਼ ਨੂੰ ਪਹੁੰਚਾਉਣ ਤਾਂ ਕਿ ਮਨੁੱਖਤਾ ਪੱਖੀ ਉਦਮਾਂ ਨੂੰ ਸੰਸਾਰ ਪੱਧਰ ਤੇ ਬਲ ਮਿਲ ਸਕੇ, ਜਮਹੂਰੀ ਕਦਰਾਂ ਕੀਮਤਾਂ ਦੀ ਰੱਖਿਆ ਹੋ ਸਕੇ ਅਤੇ ਅਮਲੀ ਰੂਪ ਵਿੱਚ ਜੋ ਨਾਗਰਿਕਾਂ ਨੂੰ ਵਿਧਾਨਕ ਆਜ਼ਾਦੀ ਹਾਸਲ ਹੈ ਉਹ ਪ੍ਰਤੱਖ ਹੋ ਸਕੇ। ਉਹਨਾਂ ਕਿਹਾ ਕਿ ਹੁਣ ਕੌਮਾਂਤਰੀ ਪੱਧਰ ਅਤੇ ਇੰਡੀਆ ਪੱਧਰ ਤੇ ਹੋ ਰਹੀਆਂ ਵੱਡੀਆਂ ਸਮਾਜਿਕ ਰਾਜਨੀਤਿਕ ਤਬਦੀਲੀਆਂ ਇਸ ਗੱਲ ਦੀ ਮੰਗ ਕਰਦੀਆਂ ਹਨ ਕਿ ਇੰਡੀਅਨ ਹੁਕਮਰਾਨਾਂ ਨੇ ਮੰਦਭਾਵਨਾ ਅਤੇ ਸਿੱਖ ਵਿਰੋਧੀ ਸੋਚ ਦੀ ਬਦੌਲਤ ਜੋ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜਬਰੀ ਕਾਲ ਕੋਠੜੀਆਂ ਵਿੱਚ 30 ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਉਹਨਾਂ ਨੂੰ ਫੌਰੀ ਰਿਹਾ ਕਰਕੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ ਹੋ ਰਹੀ ਹਕੂਮਤੀ ਬੇਇਨਸਾਫੀ ਤੇ ਜਬਰ ਨੂੰ ਬੰਦ ਕੀਤਾ ਜਾਵੇ। ਸਮੁੱਚੇ ਇੰਡੀਆ ਦੇ ਮਾਹੌਲ ਵਿੱਚ ਜੋ ਬਹੁ ਗਿਣਤੀ ਤੇ ਘੱਟ ਗਿਣਤੀ ਕੌਮਾਂ ਵਿੱਚ ਬਣਾਉਟੀ ਤੌਰ ਤੇ ਅਮਲ ਕਰਦੇ ਹੋਏ ਨਫ਼ਰਤ ਪੈਦਾ ਕੀਤਾ ਜਾ ਰਿਹਾ, ਉਸ ਦਾ ਵੀ ਅੰਤ ਕੀਤਾ ਜਾਵੇ।
ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਦੇ ਸਮੁੱਚੇ ਵਿਸਫੋਟਕ ਬਣਦੇ ਜਾ ਰਹੇ ਹਾਲਾਤਾਂ ਨੂੰ ਸਹੀ ਕਰਨ ਹਿੱਤ ਹੁਕਮਰਾਨ 90% ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਤੇ ਬੇਇਨਸਾਫੀਆਂ ਨੂੰ ਖਤਮ ਕਰਨ ਹਿੱਤ ਸਮੁੱਚੇ ਬੰਦੀਆਂ ਦੀ ਰਿਹਾਈ ਵਿਸ਼ਾਲਤਾ ਨਾਲ ਕਰ ਦੇਣਗੇ। ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਆਸਾਰਾਮ ਦੀ ਡਾਕਟਰੀ ਇਲਾਜ ਲਈ ਨਿਯਮਿਤ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ। ਅੱਜ ਸੁਣਵਾਈ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਆਸਾਰਾਮ ਨੂੰ 6 ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਇਸ ਵੇਲੇ ਆਸਾਰਾਮ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਆਸਾਰਾਮ ਲੰਮੇ ਸਮੇਂ ਤੋਂ ਨਿਯਮਿਤ ਜ਼ਮਾਨਤ ਲਈ ਸੰਘਰਸ਼ ਕਰ ਰਿਹਾ ਸੀ। ਆਸਾਰਾਮ ਦੇ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਰਾਜਸਥਾਨ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੇ ਡਿਵੀਜ਼ਨ ਬੈਂਚ ਸਾਹਮਣੇ ਹੋਈ। ਆਸਾਰਾਮ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੇ ਰੈਗੂਲਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਆਸਾਰਾਮ ਨੂੰ ਪਹਿਲਾਂ ਸੁਪਰੀਮ ਕੋਰਟ, ਰਾਜਸਥਾਨ ਹਾਈ ਕੋਰਟ ਅਤੇ ਗੁਜਰਾਤ ਹਾਈ ਕੋਰਟ ਰਾਹੀਂ ਡਾਕਟਰੀ ਇਲਾਜ ਲਈ ਵਿਸ਼ੇਸ਼ ਅੰਤਰਿਮ ਜ਼ਮਾਨਤ ਦਿੱਤੀ ਜਾ ਚੁੱਕੀ ਹੈ। ਆਸਾਰਾਮ ਕਈ ਸਾਲਾਂ ਤੋਂ ਰੈਗੂਲਰ ਜ਼ਮਾਨਤ ਲਈ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਹਰ ਵਾਰ ਉਸ ਦੀ ਅਰਜ਼ੀ ਵੱਖ-ਵੱਖ ਆਧਾਰਾਂ ਤੇ ਰੱਦ ਕਰ ਦਿੱਤੀ ਜਾਂਦੀ ਸੀ। ਦੱਸ ਦਈਏ ਕਿ 1 ਸਤੰਬਰ 2013 ਨੂੰ ਆਸਾਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਜੋਧਪੁਰ ਪੁਲਿਸ ਨੇ ਆਸਾਰਾਮ ਨੂੰ 1 ਸਤੰਬਰ 2013 ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਫਿਰ ਉਸ ਨੂੰ ਹਵਾਈ ਜਹਾਜ਼ ਰਾਹੀਂ ਜੋਧਪੁਰ ਲਿਆਂਦਾ ਗਿਆ। ਆਸਾਰਾਮ ਦੀ ਗ੍ਰਿਫਤਾਰੀ ਨਾਲ ਦੇਸ਼ ਭਰ ਵਿੱਚ ਉਸ ਦੇ ਸਮਰਥਕਾਂ ਵਿੱਚ ਭਾਰੀ ਹੰਗਾਮਾ ਹੋਇਆ। ਲਗਭਗ 5 ਸਾਲ ਚੱਲੇ ਲੰਮੇ ਮੁਕੱਦਮੇ ਤੋਂ ਬਾਅਦ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਸ਼ਾਂਤੀ ਵਾਰਤਾ ਇਸਤਾਂਬੁਲ ਵਿੱਚ 4 ਦਿਨਾਂ ਤੱਕ ਜਾਰੀ ਰਹੀ, ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਤਾਲਿਬਾਨ ਸਰਕਾਰ ਤੇ ਸਰਹੱਦ ਪਾਰ ਹਮਲਿਆਂ ਲਈ ਜ਼ਿੰਮੇਵਾਰ ਅਤਵਾਦੀਆਂ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ। ਇਹ ਵਾਰਤਾ ਦੋਹਾਂ ਵਿੱਚ ਹੋਏ ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ ਹੋਈ ਸੀ, ਜਿਸ ਤੋਂ ਬਾਅਦ 19 ਅਕਤੂਬਰ ਨੂੰ ਦੋਵਾਂ ਧਿਰਾਂ ਦਰਮਿਆਨ ਜੰਗਬੰਦੀ ਹੋਈ ਸੀ। ਪਾਕਿਸਤਾਨ ਤਾਲਿਬਾਨ ਦੇ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦਾ ਹੈ, ਜਦੋਂ ਕਿ ਅਫਗਾਨਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਸ ਦੀ ਧਰਤੀ ਦੀ ਵਰਤੋਂ ਪਾਕਿਸਤਾਨ ਦੇ ਖਿਲਾਫ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਕਤਰ ਅਤੇ ਤੁਰਕੀ ਦੀ ਵਿਚੋਲਗੀ ਦੇ ਬਾਵਜੂਦ ਗੱਲਬਾਤ ਵਿੱਚ ਕੋਈ ਵਿਹਾਰਕ ਹੱਲ ਨਹੀਂ ਨਿਕਲਿਆ। ਤਰਾਰ ਦੇ ਬਿਆਨ ਤੇ ਅਫਗਾਨਿਸਤਾਨ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਵਾਰਤਾ ਵਿੱਚ ਰੁਕਾਵਟ ਹੈ ਅਤੇ ਸਮਝੌਤੇ ਤੇ ਪਹੁੰਚਣ ਵਿੱਚ ਅਸਫਲ ਰਹਿਣ ਲਈ ਦੋਵਾਂ ਨੇ ਇੱਕ ਦੂਜੇ ਤੇ ਦੋਸ਼ ਲਗਾਏ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਹੈ ਅਤੇ ਇਜ਼ਰਾਈਲ ਤੇ ਹਮਾਸ ਨੇ ਹਿੰਸਾ ਲਈ ਇੱਕ ਦੂਜੇ ਤੇ ਦੋਸ਼ ਲਗਾਏ ਹਨ। ਇਜ਼ਰਾਈਲੀ ਜਹਾਜ਼ ਨੇ ਮੰਗਲਵਾਰ ਨੂੰ ਗਾਜ਼ਾ ਵਿੱਚ ਹਮਲੇ ਕੀਤੇ, ਜਦੋਂ ਇਜ਼ਰਾਈਲ ਨੇ ਅਤਵਾਦੀ ਸਮੂਹ ਹਮਾਸ ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਇਹ ਟਰੰਪ ਵੱਲੋਂ ਕਰਵਾਏ ਗਏ 3 ਹਫ਼ਤੇ ਪੁਰਾਣੇ ਸੌਦੇ ਵਿੱਚ ਤਾਜ਼ਾ ਹਿੰਸਾ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ ਹਨ। ਟਰੰਪ ਨੇ 에ਅਰ ਫੋਰਸ 1 ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜਿੱਥੋਂ ਤੱਕ ਮੈਂ ਸਮਝਦਾ ਹਾਂ, ਉਹਨਾਂ ਨੇ ਇੱਕ ਇਜ਼ਰਾਈਲੀ ਸਿਪਾਹੀ ਨੂੰ ਮਾਰ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਲਈ ਇਜ਼ਰਾਈਲੀਆਂ ਨੇ ਜਵਾਬੀ ਕਾਰਵਾਈ ਕੀਤੀ ਹੈ। ਉਹਨਾਂ ਇਹ ਬਿਆਨ ਦਿੱਤਾ ਕਿ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਉਹਨਾਂ ਨੂੰ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਟਰੰਪ ਨੇ ਕਿਹਾ ਕਿ ਕੋਈ ਵੀ ਚੀਜ਼ ਜੰਗਬੰਦੀ ਨੂੰ ਖਤਰੇ ਵਿੱਚ ਨਹੀਂ ਪਾਵੇਗੀ। ਤੁਹਾਨੂੰ ਸਮਝਣਾ ਹੋਵੇਗਾ ਕਿ ਹਮਾਸ ਮੱਧ ਪੂਰਬ ਵਿੱਚ ਸ਼ਾਂਤੀ ਦਾ ਇੱਕ ਬਹੁਤ ਛੋਟਾ ਹਿੱਸਾ ਹੈ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਵਿਵਹਾਰ ਕਰਨਾ ਪਵੇਗਾ। ਗਵਾਹਾਂ ਅਨੁਸਾਰ ਇਜ਼ਰਾਈਲੀ ਜਹਾਜ਼ਾਂ ਦੇ ਹਮਲੇ ਪੂਰੀ ਗਾਜ਼ਾ ਪੱਟੀ ਵਿੱਚ ਬੁੱਧਵਾਰ ਤੜਕੇ ਤੱਕ ਜਾਰੀ ਰਹੇ। ਇਜ਼ਰਾਈਲੀ ਫੌਜ ਨੇ ਤੁਰੰਤ ਹਮਲਿਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।